ਹੈਲੋ ਸਟੂਡੈਂਟ ਆਫ 6th ਕਲਾਸ। ਅੱਜ ਆਪਾਂ ਇੱਕ ਕਹਾਣੀ ਪੜ੍ਹਨ ਜਾ ਰਹੇ ਹਾਂ ਜੋ ਤੁਹਾਡੀ ਸੁਗਾਤ ਪਾਠ ਪੁਸਤਕ ਦੇ ਵਿੱਚ ਦਰਜ ਹੈ। ਸਾਡਾ ਪਾਠ ਦੂਜਾ, ਜਿਸ ਦਾ ਸਿਰਲੇਖ ਹੈ ਬਹਾਦਰ ਬੱਚਾ। ਇਸ ਕਹਾਣੀ ਦੇ ਵਿੱਚ ਇਹੀ ਦੱਸਿਆ ਗਿਆ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋ ਰਹੀ ਬੇਇਨਸਾਫੀ ਜਾਂ ਕਿਸੇ ਤਰ੍ਹਾਂ ਦਾ ਸਾਡੇ ਸਾਹਮਣੇ ਕੁਝ ਗਲਤ ਹੋ ਰਿਹਾ ਹੈ ਤਾਂ ਸਾਨੂੰ ਉਸ ਦਾ ਬਹਾਦਰੀ ਨਾਲ ਨਿਡਰ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਡਰਨਾ ਨਹੀਂ ਚਾਹੀਦਾ। ਤਾਂ ਉਹ ਇਸ ਕਹਾਣੀ ਬਾਰੇ ਥੋੜ੍ਹੀ ਜਾਣਕਾਰੀ ਲੈਂਦੇ ਹਾਂ। ਤਾਂ ਕਹਾਣੀ ਸ਼ੁਰੂ ਹੁੰਦੀ ਹੈ ਕਿ ਕੁਝ ਸੈਨਿਕਾਂ ਦੀ ਟੁਕੜੀ ਜਿਹੜੀ ਆ ਰਹੀ ਹੈ, ਕੁਝ ਸਿਪਾਹੀ ਆ ਰਹੇ ਹਨ ਅਤੇ ਨਾਲ ਉਹਨਾਂ ਦਾ ਸੈਨਾਪਤੀ ਵੀ। ਅਤੇ ਰਾਹ ਵਿੱਚ ਗੰਨੇ ਲੱਗੇ ਹੁੰਦੇ ਹਨ ਜੋ ਕਿ ਉਹ ਗੰਨੇ ਪੱਟ ਕੇ ਕੁਝ ਸਿਪਾਹੀ ਚੂਪਣ ਲੱਗਦੇ ਹਨ। ਪਰ ਅਤੇ ਸੈਨਾਪਤੀ ਕੁਝ ਸੈਨਿਕਾਂ ਨਾਲ ਅੱਗੇ ਚੱਲ ਪੈਂਦਾ ਹੈ। ਉਸੇ ਖੇਤ ਵਿੱਚ ਇੱਕ ਕਿਸਾਨ ਦਾ ਬੱਚਾ ਕੰਮ ਕਰ ਰਿਹਾ ਹੁੰਦਾ ਹੈ। ਜਦੋਂ ਉਹ ਦੇਖਦਾ ਹੈ ਕਿ ਉਸਦੇ ਫਸਲ ਉਜਾੜ ਰਹੇ ਹਨ ਸੈਨਿਕ, ਤਾਂ ਉਹ ਭੱਜ ਕੇ ਪਹੀ 'ਤੇ ਆ ਜਾਂਦਾ ਹੈ ਅਤੇ ਸੈਨਾਪਤੀ ਅਤੇ ਉਸਦੇ ਸੈਨਿਕ ਜੋ ਹੁੰਦੇ ਹਨ ਉਹਨਾਂ ਦੇ ਸਾਹਮਣੇ ਆ ਕੇ ਖੜ੍ਹਾ ਹੋ ਜਾਂਦਾ ਹੈ, ਉਹਨਾਂ ਨੂੰ ਰੋਕਦਾ ਹੈ। ਤਾਂ ਉਹ ਸਾਰੇ ਰੁਕ ਜਾਂਦੇ ਹਨ ਅਤੇ ਹੈਰਾਨ ਹੋ ਕੇ ਬੱਚੇ ਵੱਲ ਦੇਖਦੇ ਹਨ। ਬੱਚਾ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਕਿਹੜੀ ਸੈਨਾ ਦੇ ਸੈਨਿਕ ਹੋ? ਤਾਂ ਉਹਨਾਂ ਦਾ ਜੋ ਸੈਨਾਪਤੀ ਹੁੰਦਾ ਹੈ ਤਾਂ ਉਹ ਬੋਲਦਾ ਹੈ ਕਿ ਅਸੀਂ ਸ਼ਿਵਾਜੀ ਮਹਾਰਾਜ ਦੀ ਸੈਨਾ ਦੇ ਸੈਨਿਕ ਹਾਂ। ਤਾਂ ਇਸ 'ਤੇ ਬੱਚਾ ਕਹਿੰਦਾ ਹੈ ਕਿ ਨਹੀਂ, ਤੁਸੀਂ ਸ਼ਿਵਾਜੀ ਮਹਾਰਾਜ ਦੀ ਸੈਨਾ ਦੇ ਸੈਨਿਕ ਨਹੀਂ ਹੋ ਸਕਦੇ। ਆਹ ਦੇਖੋ ਤਸਵੀਰ ਦੇ ਵਿੱਚ ਕਿਵੇਂ ਬੱਚਾ ਸਿਪਾਹੀਆਂ ਨੂੰ ਅਤੇ ਸੈਨਾਪਤੀ ਨੂੰ ਰੋਕ ਕੇ ਖੜ੍ਹਾ ਹੈ। ਤਾਂ ਜਦੋਂ ਪੁੱਛਦਾ ਕਹਿੰਦਾ ਹੈ ਕਿ ਤੁਸੀਂ ਸ਼ਿਵਾਜੀ ਮਹਾਰਾਜ ਦੀ ਸੈਨਾ ਦੇ ਸੈਨਿਕ ਨਹੀਂ ਹੋ ਸਕਦੇ। ਕਿਉਂਕਿ ਸ਼ਿਵਾਜੀ ਮਹਾਰਾਜ ਦੀ ਸੈਨਾ ਦੇ ਸੈਨਿਕ ਕਿਸੇ ਕਿਸਾਨ ਦੀ ਫਸਲ ਜਾਂ ਫਿਰ ਕਿਸੇ ਵੀ ਵਿਅਕਤੀ ਨਾਲ ਬੇਇਨਸਾਫੀ ਨਹੀਂ ਕਰਦੇ, ਕਿਸੇ ਵੀ ਕਿਸਾਨ ਦੀ ਫਸਲ ਨਹੀਂ ਉਜਾੜਨਗੇ। ਤਾਂ ਇਸ 'ਤੇ ਸੈਨਾਪਤੀ ਬੋਲਦਾ ਹੈ ਕਿ ਅਸੀਂ ਤਾਂ ਕਿਸੇ ਕਿਸਾਨ ਦੀ ਫਸਲ ਦਾ ਉਜਾੜਾ ਨਹੀਂ ਕੀਤਾ। ਪਰ ਬੱਚਾ ਬੋਲਦਾ ਹੈ ਕਿ ਨਹੀਂ, ਤੁਹਾਡੇ ਕੁਝ ਸਿਪਾਹੀਆਂ ਨੇ ਮੇਰੇ ਖੇਤ ਵਿੱਚੋਂ ਗੰਨੇ ਪੁੱਟੇ ਹਨ ਅਤੇ ਮੇਰੀ ਫਸਲ ਉਜਾੜੀ ਹੈ। ਤਾਂ ਸੈਨਾਪਤੀ ਹੈਰਾਨ ਹੋ ਕੇ ਦੇਖਦਾ ਹੈ ਕਿ ਨਹੀਂ, ਕੋਈ ਸੈਨਿਕ ਗੰਨਾ ਨਹੀਂ ਖਾ ਰਿਹਾ ਹੁੰਦਾ। ਪਰ ਜਦੋਂ ਬੱਚਾ ਕਹਿੰਦਾ ਹੈ ਕਿ ਉਹ ਦੇਖੋ ਪਿੱਛੇ ਕੁਝ ਸਿਪਾਹੀ ਆ ਰਹੇ ਹਨ, ਸੈਨਾਪਤੀ ਦੇਖਦਾ ਹੈ ਕਿ ਸੱਚਮੁੱਚ ਹੀ ਪਿੱਛੇ ਕੁਝ ਸਿਪਾਹੀ ਆ ਰਹੇ ਸਨ ਜੋ ਗੰਨੇ ਚੂਪਦੇ ਹੋਏ ਆ ਰਹੇ ਸਨ। ਇਸ 'ਤੇ ਸੈਨਾਪਤੀ ਬੱਚੇ ਤੋਂ ਮਾਫ਼ੀ ਮੰਗਦਾ ਹੈ। ਪਰ ਬੱਚਾ ਕਹਿੰਦਾ ਹੈ ਕਿ ਨਹੀਂ, ਮੈਂ ਤੁਹਾਡੀ ਸ਼ਿਕਾਇਤ ਸ਼ਿਵਾਜੀ ਮਹਾਰਾਜ ਕੋਲ ਕਰਾਂਗਾ। ਪਰ ਸੈਨਾਪਤੀ ਕਹਿੰਦਾ ਹੈ ਕਿ ਨਹੀਂ, ਅਸੀਂ ਤੁਹਾਡੇ ਕੋਲੋਂ ਮਾਫ਼ੀ ਮੰਗਦੇ ਹਾਂ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਆਪਦੇ ਜੋ ਸੈਨਿਕਾਂ ਨੇ ਤੇਰੀ ਫਸਲ ਦਾ ਉਜਾੜਾ ਕੀਤਾ ਹੈ ਉਹਨਾਂ ਨੂੰ ਸਜ਼ਾ ਜ਼ਰੂਰ ਦਿਲਵਾਵਾਂਗਾ। ਪਰ ਬੱਚਾ ਜਿੱਦ 'ਤੇ ਅੜਿਆ ਰਹਿੰਦਾ ਹੈ ਕਿ ਨਹੀਂ, ਤੁਸੀਂ ਆਪਦਾ ਨਾਮ ਦੱਸੋ, ਤੁਸੀਂ ਕੌਣ ਹੋ? ਮੈਂ ਤੁਹਾਡੀ ਸ਼ਿਕਾਇਤ ਕਰਾਂਗਾ ਹੀ ਕਰਾਂਗਾ। ਇਸ 'ਤੇ ਇੱਕ ਸਿਪਾਹੀ ਦੱਸਦਾ ਹੈ ਉਸ ਬੱਚੇ ਨੂੰ ਸਿਪਾਹੀ ਦੱਸਦਾ ਹੈ ਕਿ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ ਇਹ ਸੈਨਾਪਤੀ ਨਹੀਂ, ਸਗੋਂ ਸਾਡੇ ਸ਼ਿਵਾਜੀ ਮਹਾਰਾਜ ਹੀ ਹਨ ਅਤੇ ਉਹ ਖੁਦ ਤੇਰੇ ਕੋਲੋਂ ਮਾਫ਼ੀ ਮੰਗ ਰਹੇ ਹਨ। ਸ਼ਿਵਾਜੀ ਮਹਾਰਾਜ ਬੱਚੇ ਤੋਂ ਮਾਫ਼ੀ ਮੰਗਦੇ ਹੋਏ ਕਹਿੰਦੇ ਹਨ ਕਿ ਅੱਗੇ ਤੋਂ ਤੇਰੇ ਨਾਲ ਇਸ ਤਰ੍ਹਾਂ ਕਦੇ ਵੀ ਬੇਇਨਸਾਫੀ ਨਹੀਂ ਹੋਵੇਗੀ। ਤੂੰ ਬਹੁਤ ਨਿਡਰ ਅਤੇ ਬਹਾਦਰ ਬੱਚਾ ਹੈ, ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ। ਹੁਣ ਬੱਚੇ ਨੂੰ ਵੀ ਸਮਝ ਆ ਗਿਆ ਕਿ ਇਹ ਵਾਕਈ ਸ਼ਿਵਾਜੀ ਮਹਾਰਾਜ ਹਨ ਅਤੇ ਬਾਲਕ ਨੇ ਚੁੱਕ ਕੇ ਸ਼ਿਵਾਜੀ ਮਹਾਰਾਜ ਨੂੰ ਪ੍ਰਣਾਮ ਕੀਤਾ। ਸ਼ਿਵਾਜੀ ਮਹਾਰਾਜ ਉਸ ਬੱਚੇ ਦੀ ਬਹਾਦਰੀ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੋਏ ਅਤੇ ਇਹੀ ਬੱਚਾ ਵੱਡਾ ਹੋ ਕੇ ਸ਼ਿਵਾਜੀ ਮਹਾਰਾਜ ਦੀ ਸੈਨਾ ਦੇ ਵਿੱਚ ਭਰਤੀ ਹੋਇਆ। ਤਾਂ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਹੋ ਰਹੀ ਸਾਡੇ ਸਾਹਮਣੇ ਬੇਇਨਸਾਫੀ ਹੈ, ਸਾਡੇ ਸਾਹਮਣੇ ਕੋਈ ਅਤਿਆਚਾਰ ਹੋ ਰਿਹਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਕੰਮ ਹੋ ਰਿਹਾ ਤਾਂ ਸਾਨੂੰ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ। ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹੀ ਦੱਸਿਆ ਹੈ ਕਿ ਅਸੀਂ ਕਦੇ ਵੀ ਨਾ ਜ਼ੁਲਮ ਕਰਨਾ ਹੈ ਅਤੇ ਨਾ ਜ਼ੁਲਮ ਸਹਿਣਾ ਹੈ। ਜ਼ੁਲਮ ਸਹਿਣ ਵਾਲਾ ਵੀ ਜ਼ੁਲਮ ਕਰਨ ਵਾਲੇ ਦੇ ਬਰਾਬਰ ਹੀ ਭਾਗੀਦਾਰ ਹੁੰਦਾ ਹੈ। ਇਸ ਦੇ ਨਾਲ ਬਹੁਤ ਸਾਰੀਆਂ ਉਦਾਹਰਨਾਂ ਹਨ, ਜਿਵੇਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਜੋ ਕਿ ਉਮਰ ਵਿੱਚ ਬੇਸ਼ੱਕ ਬਹੁਤ ਛੋਟੇ ਸਨ, ਪਰ ਉਹਨਾਂ ਨੇ ਆਪਦੀ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਅਤੇ ਮੁਗਲਾਂ ਦੇ ਅਤਿਆਚਾਰਾਂ ਦਾ ਡਟ ਕੇ ਵਿਰੋਧ ਕੀਤਾ। ਚਾਹੇ ਉਹਨਾਂ ਨੂੰ ਆਪਦੀ ਸ਼ਹੀਦੀ ਦੇਣੀ ਪਈ, ਉਹਨਾਂ ਨੇ ਕੁਰਬਾਨੀ ਕੀਤੀ, ਪਰ ਫਿਰ ਵੀ ਉਹ ਆਪਦੇ ਧਰਮ ਤੋਂ ਨਹੀਂ ਡੋਲੇ ਅਤੇ ਉਹਨਾਂ ਨੇ ਮੁਗਲਾਂ ਦਾ ਡਟ ਕੇ ਵਿਰੋਧ ਕੀਤਾ। ਤਾਂ ਸਾਨੂੰ ਵੀ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਬਹਾਦਰ ਬਣਨਾ ਚਾਹੀਦਾ ਹੈ ਅਤੇ ਕਦੇ ਵੀ ਅਤਿਆਚਾਰ ਜਾਂ ਬੇਇਨਸਾਫੀ ਦੇ ਸਾਹਮਣੇ ਝੁਕਣਾ ਨਹੀਂ ਚਾਹੀਦਾ। ਧੰਨਵਾਦ।